ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ। ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ, ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਜਿਸਟਰੀ ਵੀ ਆ ਵੇਚਣ ਵਾਲਾ ਹੈ, ਆ ਖਰੀਦਣ ਵਾਲਾ ਹੈ, ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ, ਤੇ ਹੁਣ ਇਹਦਾ ਮਾਲਕ ਆਹ ਹੋ ਜਾਊਗਾ। ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ੍ਹਤੇ ਤੁਸੀਂ ਉੱਥੇ ਕਰਵਾ ਲਓ, ਲਿਖ ਕੇ 1 ਮਿੰਟ ਚ ਆਨਲਾਈਨ ਹੋ ਜਾਊਗਾ। 7 ਦਿਨਾਂ ਦੇ ਵਿੱਚ ਤੁਹਾਨੂੰ ਕੋਈ ਇਤਰਾਜ਼ ਹੋਇਆ ਤਾਂ ਉਹ ਆ ਜਾਊਗਾ, ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਜਿਸਟਰੀ ਬਿਲਕੁਲ ਸਹੀ ਹੈ ਤੇ ਰਜਿਸਟਰੀ ਕਰਨੀ ਪਊਗੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ ਫਰੋਖਤ ਸਮੇਂ ਕਈ ਤਰ੍ਹਾਂ ਦੀ ਖੱਜਲ ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਜ਼ਮੀਨ ਦੀ ਰਜਿਸਟਰੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਨਾਲ ਹੀ ਦਫ਼ਤਰਾਂ ਦੀ ਖੱਜਲ ਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜ਼ੀ ਜਾ ਕੇ ਕਰਾ ਲਿਓ, ਰਜਿਸਟਰੀ ਉਹਦਾ ਰਿਕਾਰਡ ਤੇ ਚੜ ਜੂਗਾ ਸਾਰਾ। ਇਹਦੇ ਨਾਲ ਇੱਕ ਹੋਰ ਹੋਊਗਾ, ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਦਾਰ ਕੋਲ ਜ਼ਿਆਦਾ ਜਾਂਦੇ ਨੇ ਤਾਂ ਮਤਲਬ ਠੀਕ ਹੈ, ਬੰਦਾ ਉੱਥੇ ਯਕੀਨ ਕਰਦੇ ਆ ਲੋਕ। ਕਿਹੜੇ ਕੋਲ ਜਾਂਦੇ ਨਹੀਂ ਹੈਗੇ, ਫਿਰ ਅਸੀਂ ਦੇਖਾਂਗੇ ਤੇਰੇ ਕੋਲ ਕਿਉਂ ਨਹੀਂ ਹੁੰਦੇ ਭਾਈ। ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮਾਬੰਦੀ ਪੋਰਟਲ ਦਾ ਵੀ ਬਦਲ ਹੈ, ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮਾਬੰਦੀ ਦੀ ਤਸਦੀਕਸ਼ੁਦਾ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਪਹਿਲਾਂ ਹੀ ਮੀਡੀਆ ਦੇ ਸਾਥੀਆਂ ਨੂੰ ਅਸੀਂ 247 ਨੰਬਰ FIR ਬਾਰੇ ਦੱਸਿਆ ਸੀਗਾ ਕਿ ਆਰਗੈਨਿਕ ਫਾਰਮਿੰਗ ਦੇ ਨਾਂ ਤੇ ਇੱਥੇ ਇੱਕ ਪੌਂਜੀ ਸਕੀਮ, ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀਗੀ, ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ। ਤੇ ਉਸ ਹੀ ਤਫਤੀਸ਼ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਪੁਲਿਸ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਈ ਹੈ ਤੇ ਅਸੀਂ ਅੱਜ ਮੀਡੀਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾਹ ਰਹੇ ਹਾਂ। ਤੇ ਜੋ ਮੇਨ ਹੈਗਾ ਇਹਦੇ ਵਿੱਚ ਕਿ ਆਰਗੈਨਿਕ ਫਾਰਮਿੰਗ ਰਿਲੇਟਡ 9 ਵੱਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ, ਜਿਨ੍ਹਾਂ ਦੇ ਲਿਸਟ ਅਸੀਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ। ਤੇ ਇਨ 9 ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ GST ਡਿਪਾਰਟਮੈਂਟ ਦੇ ਨਾਲ। ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ੀਅਲ ਹੈ ਉਹਦੇ ਬੇਸਿਸ ਤੇ ਰਜਿਸਟਰ ਕਰਾਇਆ। ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ। इन फेक फर्म्स ਨੂੰ यूज करके इन्होंने तकरीबन 30,000 ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ। ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮੋਡਸ ਆਪਰੈਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਜਾਂ ਤਾਂ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਹੀ ਪ੍ਰੋਮਿਸ ਕਰ ਰਹੇ ਸੀਗੇ। ਦੂਜਾ ਸੀਗਾ ਕਿ ਧੋਖੇ 'ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ। ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਇੱਦਾਂ ਦਾ ਔਰਚਾਰਡ ਵਗੈਰਾ ਲਵਾ ਦੇंगे। ਤੀਜਾ ਸੀਗਾ ਕਿ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਉਣ ਦਾ ਸੁਪਨਾ ਦਿਖਾਉਂਦੇ ਸੀਗੇ। ਇਹਨਾਂ ਨੇ ਕੋਈ ਵੀ ਇੱਦਾਂ ਦੀ ਕਿਸੇ ਦੀ ਵਰਮੀ ਕੰਪੋਸਟ ਦੀ ਕੋਈ ਯੂਨਿਟ ਨਹੀਂ ਲਵਾਈ। ਆਪਣੇ ਕੋਲ ਇਹਨਾਂ ਨੇ ਕੁਝ ਪੈਕੇਟਸ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ। तो ਇੱਦਾਂ ਕਰਕੇ ਕੁਝ 4-5 ਚੀਜ਼ਾਂ ਯੂਜ਼ ਕਰਕੇ ਇਹਨਾਂ ਨੇ 30,000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ। ਟੋਟਲ ਹੁਣ ਤੱਕ ਇਹਨਾਂ ਨੇ 170 ਕਰੋੜ ਦੀ ਟ੍ਰਾਂਜੈਕਸ਼ਨ ਇਨ 9 ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹੈ ਤੇ ਉਸ ਤੋਂ ਇਲਾਵਾ 23 ਇਹਨਾਂ ਦੇ ਆਪਣੇ ਨਿੱਜੀ ਖਾਤੇ ਹੈ ਜਿਨ੍ਹਾਂ ਦੇ ਵਿੱਚ ਟੋਟਲ 170 ਕਰੋੜ की राशि जो है वो ट्रांजैक्शन हो चुकी है 1.5 साल ਦੇ ਵਿੱਚ ਹੀ। तो ये एक तो इन्होंने फेक फॉर्म्स बनाई है। उदों बाद फिर इन्होंने आगे लोगों तो पैसे लेते जिन्हों दे विचों 35 कुछ इदा दे परसन भी है जिन्हों तो बहुत घट इन्वेस्टमेंट लैके उन्होंने बहुत ज़्यादा पैसे दिते जो कि इन्हों दे अपने साथी वगैरह हैं। तो इदा दे भी असी अकाउंट्स आइडेंटिफाई किए। तो कुछ कुल इन जो शकी अकाउंट्स हैं इन्हों दे 35 करोड़ की इन्वेस्टमेंट दे विच के बेसिस पे इन्होंने 93 करोड़ की उन्होंने राशि आगे ट्रांसफर की हुई। तो वो पैसा किवें घूमिया होगा वो भी तफ्तीश अजे चल रही हैगी। तो वो भी शकी है जो 93 करोड़ है। तो ये 55 करोड़ इदा का है जो स्टैंडिंग पेएबल अमाउंट है विच मीनस कि इन्होंने लोगों का आ पैसा लौटाना है। 55 करोड़ आज स्टैंडिंग अमाउंट है लेकिन इन फर्म के कोल कोई इंफ्रास्ट्रक्चर नहीं है। कुछ इन्हों के कोल बेसिस ने जिन्होंने यूज करके
ये ਲੋਕਾਂ ਦਾ ਪੈਸਾ ਵਾਪਸ ਦੇ ਸਕੇ। ਨਾ ਇਹਨਾਂ ਦੀ ਕੋਈ ਕੰਮ ਚੱਲਦਾ, ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ, ਨਾ ਇਹਨਾਂ ਦੀ ਕੋਈ ਕੰਪਨੀ ਹੈ ਪ੍ਰੋਪਰ, ਤੇ ਨਾ ਹੀ ਇਹਨਾਂ ਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ। तो ਇਹਨਾਂ ਨੇ ਲੋਕਾਂ ਨੂੰ ਬਹਿਲਾ ਫੁਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਇਨਵੈਸਟਮੈਂਟ ਕਰਾ ਲਈ ਹੈ। तो इस ਕੜੀ ਦੇ ਵਿੱਚ ਜਦੋਂ ਅਸੀਂ ਆ ਫਰਮਸ ਦੀ ਤਫਤੀਸ਼ ਕਰ ਰਹੇ ਸੀਗੇ ਤਾਂ ਅਸੀਂ GST ਡਿਪਾਰਟਮੈਂਟ ਨੂੰ ਵੀ ਲਿਖਿਆ, ਤੇ GST ਡਿਪਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਰਮਸ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ, ਉਹਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ, ਉੱਥੇ ਵੀ ਕੋਈ ਡੇਟਾ ਨਹੀਂ ਨਿਕਲਿਆ ਤੇ ਉਹਨਾਂ ਦੇ ਹਿਸਾਬ ਨਾਲ ਤਾਂ 9 ਕਿਨੋ ਫਰਮਸ ਫੇਕ ਨੇ। तो ਅਸੀਂ ਕੰਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੇ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦਾ ਵੀ ਮਤਲਬ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ। ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆ ਸਿਰਫ 2 ਹੀ ਰਿਹਾਇਸ਼ੀ ਜੋ ਮਕਾਨ ਹੈ ਉਹ ਐਡਰੈਸ ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ਐਡਰੈਸ ਦਿਖਾਇਆ ਹੋਇਆ। ਇੱਕ NRI ਹੈਗਾ ਮਲਕੀਤ ਸਿੰਘ ਸਨ ਆਫ ਗੁਰਦੇਵ ਸਿੰਘ ਜੋ US ਦੇ ਵਿੱਚ ਰਹਿੰਦਾ, ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ। ਜਸਪ੍ਰੀਤ ਨੇ ਇਨ ਪ੍ਰਾਈਵੇਟ ਕੈਪੈਸਿਟੀ ਰੈਂਟ ਅਗਰੀਮੈਂਟ ਕੀਤਾ ਤੇ NRI ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਇਹਨਾਂ ਨੇ ਆਗੇ ਫਰਮਾਂ ਚਲਾ ਲੈਣੀਆਂ ਨੇ। ਤਾਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ, ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ, ਵੀਰਾਨ ਮਕਾਨ ਹੈ, ਉੱਥੇ ਕੋਈ ਕੰਮ ਨਹੀਂ ਚੱਲਦਾ। ਇਹਨਾਂ ਨੇ ਸਿਰਫ ਜਦੋਂ ਇਹਨਾਂ ਨੇ ਬੈਂਕ ਅਕਾਊਂਟਸ ਖੋਲ੍ਹਣੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾਤਾ ਕੰਪਨੀ ਦਾ ਉੱਪਰ ਟਾਂਗ ਕੇ, ਉਹਦੇ ਥੱਲੇ ਫੋਟੋ ਖਿਚਾ ਕੇ ਇਹਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ, ਬਟ ਅੰਦਰ ਤੁਸੀਂ ਜਾਓਗੇ ਵੀਰਾਨ ਮਕਾਨ ਪਿਆ। ਇਹਨਾਂ ਨੇ ਰੈਂਟ ਅਗਰੀਮੈਂਟ ਕੀਤਾ ਰਿਹਾਇਸ਼ੀ, ਉਹ ਵੀ ਪ੍ਰਾਈਵੇਟ ਪਰਸਨ ਨੇ ਜਸਪ੍ਰੀਤ ਨੇ, ਕੰਪਨੀ ਦੇ ਨਾਂ ਤੇ ਕੋਈ ਰੈਂਟ ਅਗਰੀਮੈਂਟ ਤੱਕ ਵੀ ਨਹੀਂ ਹੈ। तो NRI ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੇ ਕਿ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ, ਕ੍ਰਾਈਮ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ। ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ, ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ 4-5 ਫਰਮਾਂ ਦਾ ਐਡਰੈਸ ਦਿਖਾਇਆ ਹੋਇਆ ਹੈਗਾ, ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਰਿਹਾਇਸ਼ੀ ਮਕਾਨ ਹੈਗਾ, ਉੱਥੇ ਕੋਈ ਕੰਪਨੀ ਨਹੀਂ ਚੱਲਦੀ, ਕੋਈ ਫਰਮ ਨਹੀਂ ਚੱਲਦੀ, ਕੁਝ ਕੰਮ ਨਹੀਂ ਹੁੰਦਾ। ਤੇ ਇਹਨਾਂ ਨੇ ਇੱਦਾਂ ਮਿਸਯੂਜ਼ ਆਫ ਪ੍ਰਾਈਵੇਟ ਪ੍ਰਾਪਰਟੀਜ਼ ਕਰਕੇ ਵੀ ਅੱਗੇ ਉਹਨਾਂ ਨੂੰ ਐਜ਼ ਕੰਪਨੀ ਦਿਖਾਇਆ ਬਟ ਉੱਥੇ ਕੁਝ ਕੰਮ ਨਹੀਂ ਹੁੰਦਾ। ਤੀਜਾ ਇਹਨਾਂ ਨੇ ਜੋ GST ਨੇ ਸਾਨੂੰ ਲਿਖਤੀ ਰਿਪੋਰਟ ਦਿੱਤੀ ਹੈ, ਉਸ ਲਿਖਤੀ ਰਿਪੋਰਟ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਹੋਲਸੇਲਰ ਐਂਡ ਮੈਨੂਫੈਕਚਰਰ ਐਂਡ ਰਿਟੇਲਰ ਆਫ ਸਪੈਕਟ੍ਰੋਮੀਟਰ, ਐਕਸਰੇ ਮਸ਼ੀਨਸ ਔਰ ਇੱਦਾਂ ਦੇ ਸਪੈਕਟ੍ਰੋਮੀਟਰ टाइप के जो मेडिकल इक्विपमेंट्स वगैरह होंगे उदा दी मशीनां दे इन्हां ने मैन्युफैक्चरर कम होलसेलर कम रिटेलर दिखाए हुए, बट इन्हां दे कोल उदा दा दूर दूर तक लेना देना ही नहीं है। तो वो भी असी GST डिपार्टमेंट नू नोटिफाई करता है कि वो भी अपना फिर अगर उन्हां दे किसी ऑफिसर दी इन्वॉल्वमेंट है कि वेरीफिकेशन उन्हां दे वल्लों प्रॉपर हुई नहीं तो वो भी अपना फिर एक्शन ले सकते। इस टोटल जो फ्रॉड हैगा ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਹੈ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਹੈ। ਹੁਣ ਸਾਨੂੰ ਲੱਗਦਾ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰॉड ਹੋਇਆ ਹੋਰ ਵੀ ਲੋਕੀ ਆਣਗੇ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਅਗਰ ਆਰਗੈਨਿਕ ਜਨਰੇਸ਼ਨ ਆਫ ਫਾਰਮਿੰਗ GOF HOF इदा दी या द जनरेशन ऑफ फार्मिंग या द GOF इदा दी कंपनियां दे विच अगर तुसी पैसा इन्वेस्ट कीता है आ सोच के कि तुहाडा बहुत ज़्यादा रिटर्न आएगा ते तुसी साडे कोल आओ क्योंकि असीं इन्हां दी प्रॉपर्टीज़ वगैरह भी आइडेंटिफाई कर रहे हैं ते असीं लीगल कार्रवाई करदे हुए वो जुडिशरी तो तुहाडे पैसे वापस कराने दी जो शुरुआत है वो करा सकदे ते वो भी असीं करेंगे, लेकिन साडे कोल कंप्लेनेंट्स जदों तक नहीं आएंगे तब तक सानू पता नहीं लगेगा कि किस किस दे पैसे जाने ਤੇ वो भी ਸਾਨੂੰ ਕੰਪਲੇਂਟਸ ਦੇਣ ਤਾਂ ਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੇ ਕੰਪਲੇਂਟਸ ਦੇ ਉੱਪਰ ਵੀ ਸ਼ੁਰੂ ਕਰ ਸਕੇ। ਇਹਨਾਂ ਦੀ ਜਦੋਂ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਰਹੇ ਸੀ क्योंकि ਹੁਣ ਇਹਨਾਂ ਨੇ ਜੋ ਪੈਸਾ फ्रॉड के माध्यम ਤੋਂ ਕਮਾਇਆ ਹੈ ਉਹ आगे किथे किथे इन्होंने पार्क किया है वो असी लभ रहे हैं। काफ़ी प्रॉपर्टीज सानू मिल गए जिथे इन्होंने आइदर पैसा पार्क किया सीगा और लोगों नू गुमराह करन दे लई उत्थे बयाना वगैरह करके लोगों नू दिखांदे सीगे कि साडे कोल इन्नी प्रॉपर्टी है। तो मैं तुहानू 6 मेन प्रॉपर्टी जो हुण तक असीं आइडेंटिफाई कीती उहदे बारे भी दसना चाहती हूँ। पहली इन्होंने एक माछीवाड़ा साहब विखे कॉलोनी है जिथे इन्होंने टोटल 64 बिस्वे
ਦੀ ਇੱਕ ਬਿਆਨਾ ਕੀਤਾ ਸੀਗਾ, ਕੋਈ ਲਿਖਤੀ ਬਿਆਨਾ ਨਹੀਂ ਕੀਤਾ, ਉਹਦਾ ਮੂੰਹ ਜ਼ਬਾਨੀ ਬਿਆਨਾ ਕੀਤਾ ਹੋਇਆ। ਟੋਟਲ 2.24 ਕਰੋੜ ਦਾ ਬਿਆਨਾ ਕੀਤਾ, ਜਿਹਦੇ ਵਿੱਚੋਂ ਇਹਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ। ਹੁਣ ਉਹ ਕਾਲੋਨੀ ਨੂੰ ਇਹ ਯੂਜ਼ ਕਰਦੇ ਸੀਗੇ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗਾ ਕਿ ਸਾਡੇ ਪੈਸੇ ਮਰ ਤਾਂ ਨਹੀਂ ਜਾਣਗੇ, ਤਾਂ ਉੱਥੇ ਪਲਾਟ ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ, ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦੇਂਗੇ, ਪ੍ਰਾਪਰਟੀ ਦੀ ਰਜਿਸਟਰੀ ਕਰਾ ਦੇਂਗੇ। ਤੇ ਉੱਥੇ ਇਹ ਦਿਖਾਉਂਦੇ ਸੀਗੇ, ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ। ਦੂਜੀ ਇੱਕ ਪ੍ਰਾਪਰਟੀ ਅਸੀਂ RS ਕਾਲੋਨੀ ਇੱਥੇ ਖੰਨਾ ਵਿਖੇ, ਅਸੀਂ ਸਮਰਾਲਾ ਵਿਖੇ ਆਈਡੈਂਟੀਫਾਈ ਕੀਤੀ, ਜਿੱਥੇ ਇਹਨਾਂ ਨੇ 38 ਕਨਾਲ ਲੈਂਡ ਦੀ ਕੁੱਲ 5 ਕਰੋੜ ਦੇ ਵਿੱਚ ਡੀਲ ਕੀਤੀ, ਜਿਹਦੇ ਵਿੱਚੋਂ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁੱਕੇ ਹੈ। ਇੱਕ ਤੀਜੀ ਇਹਨਾਂ ਨੇ 16 ਕਨਾਲ ਬਾਲਿਓ ਪਿੰਡ ਹੈਗਾ ਸਮਰਾਲਾ ਵਿਖੇ, ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨਾ ਕੀਤਾ, ਬਟ ਉਹਦਾ 10 ਲੱਖ ਰੁਪਏ ਇਹਨਾਂ ਨੇ ਪੇਮੈਂਟ ਕੀਤੀ ਹੈ। ਚੌਥੀ ਇੱਕ ਪ੍ਰਾਪਰਟੀ ਇਹਨਾਂ ਨੇ 14 ਏਕੜ लैंड ਇਹਨਾਂ ਨੇ ਇੱਕ HCS ਇੰਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਾਲੋਨੀ, ਉੱਥੇ ਇਹਨਾਂ ਨੇ 14 ਏਕੜ ਬਾਏ ਕਰਨਾ ਸੀਗਾ। ਟੋਟਲ ਇਹਨਾਂ ਨੇ ਉਹਦਾ ਜੋ ਉਹ ਕੀਤੀ ਹੈਗੀ ਸੈਟਲਮੈਂਟ ਕੀਤੀ ਹੈਗੀ, ਉਹ ਅਗਰੀਮੈਂਟ ਕੀਤੀ ਉਹ 7.5 ਕਰੋੜ ਦੀ ਕੀਤੀ, ਬਟ ਉਹ 7.5 ਕਰੋੜ ਦੇ ਵਿੱਚੋਂ ਇਹਨਾਂ ਨੇ 74.5 ਲੱਖ ਰੁਪਏ ਦੀ ਪੇਮੈਂਟ ਅਜੇ ਤੱਕ ਕੀਤੀ ਹੋਈ ਹੈ। ਤਾਂ ਉੱਥੇ ਵੀ ਇਹਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ। ਇਹਦੇ ਨਾਲ ਇਹਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਵੀ ਬੁੱਕ ਕੀਤੀ ਹੈ, ਜਿਹਦੇ ਟੋਟਲ ਇਹਨਾਂ ਨੇ ਅਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ, ਤੇ 30 ਲੱਖ ਦੇ ਇਹਨਾਂ ਨੇ ਪੇਮੈਂਟ ਕੀਤੀ ਹੋਈ ਹੈ। ਤਾਂ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ, ਇਹਨਾਂ ਦੀ ਓਨਰਸ਼ਿਪ ਵਗੈरह ਦਾ ਸਾਰਾ डिटेल ਕੱਢ ਕੇ ਜੋ ਇਹਨਾਂ ਨੇ ਪੇਮੈਂਟਸ ਵਗੈरह ਕੀਤੀ ਹੈ, ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੁਟਾਉਣ ਦੀ ਵਾਲੀ ਪ੍ਰੋਸੈਸ ਵਿੱਚ ਹੀ ਸ਼ੁਰੂ ਕਰਾ ਦੇਂਗੇ। ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪਾ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ, ਔਰ ਸਾਰਾ का सारा कोई कंपनी ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ। ਜੋ ਅਕਿਊਜ਼ਡ ਹੈ ਅਲੱਗ-ਅਲੱਗ ਅਕਿਊਜ਼ਡ ਜੋ ਇਹਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾ ਰਹੇ ਸੀਗੇ, तो ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਆਗੇ लॉन्ड्रिंग जिन्हों कहते मनी लॉन्ड्रिंग, तो आगे इन्होंने प्रॉपर्टी वगैरह अपने ਨਾਂ ਤੇ पर्सनल प्रॉपर्टी बाय करनी ਸੀਗੀ। ਤਾਂ ਇੱਥੇ इन्होंने 6 जो हजे तक पता लगे, आगे होर भी ਅਸੀਂ 20 के तकरीबन आइडेंटिफाई ਕੀਤੀਆਂ ਨੇ, बट 6 ਪ੍ਰੋਪਰਲੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਹਾਂ। ਇਹਦੇ ਨਾਲ ਇਹਨਾਂ ਨੇ ਕੁਝ ਹੋਟਲਸ ਵਗੈरह ਵੀ ਕਿਰਾਏ ਤੇ ਲਿੱਤੇ ਹੋਏ ਸੀਗੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ, ਉੱਥੇ ਇਹਨਾਂ ਨੇ ਇੱਕ ਹੋਟਲ ਕਿਰਾਏ ਤੇ ਲਿੱਤਾ ਹੋਇਆ ਸੀਗਾ, ਉਹਦਾ ਕਾਫੀ ਮੋਟਾ ਕਿਰਾਇਆ 70-75 ਲੱਖ ਦੇ ਤਕਰੀਬਨ ਦੇ ਰਹੇ ਸੀਗੇ। ਇਹਦੇ ਨਾਲ ਇੱਕ 3B2 ਮੋਹਾਲੀ ਵਿਖੇ ਇਹਨਾਂ ਨੇ ਇੱਕ ਹੋਟਲ ਕਿਰਾਏ ਤੇ ਲਿੱਤਾ ਹੋਇਆ ਸੀਗਾ। ਇੱਥੇ ਇਨ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ, ਉੱਥੇ ਸਟੇਜ 2 ਕਰਾਉਂਦੇ, ਉਹਨਾਂ ਦੀ ਟ੍ਰੇਨਿੰਗ ਕਰਾਉਂਦੇ, ਦਿਖਾਉਂਦੇ ਉਹ ਸਾਰਾ PPTs ਵਗੈरह ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮੰਥ ਉਹਨਾਂ ਨੂੰ ਰਿਟਰਨ ਵੀ ਆਣੀ ਸ਼ੁਰੂ ਹੋ ਜਾਏਗੀ। ਤੇ ਇਹਨਾਂ ਨੇ ਇਦਾਂ ਪ੍ਰਾਪਰਟੀਜ਼ ਵਗੈरह ਵੀ ਬਣਾਉਣ ਦਾ ਟਰਾਈ ਕੀਤਾ। ਤੇ ਅਸੀਂ 44 ਅਕਾਊਂਟ ਜੋ ਇਹਨਾਂ ਦੇ 23 ਨਿੱਜੀ ਅਕਾਊਂਟਸ ਤੇ 21 ਇਹਨਾਂ ਦੇ ਜੋ ਕੰਪਨੀਆਂ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ। ਉਨ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52,000 ਦੀ ਰਾਸ਼ੀ ਜੋ ਫ੍ਰੀਜ਼ ਹੋ ਚੁੱਕੀ ਹੈ। ਇਸ ਦੇ ਨਾਲ ਜੋ ਪ੍ਰੋਪਰਟੀਜ਼ ਦਾ ਜੋ ਇਹਨਾਂ ਨੇ ਬਿਆਨਾ ਵਗੈरह ਕੀਤਾ ਹੈ ਉਹ ਅਸੀਂ ਫ੍ਰੀਜ਼ ਕਰਾ ਕੇ ਉਹ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾएंगे। ਤੇ ਅਸੀਂ ਹੁਣ ਤੱਕ ਇਸ ਜੋ 3 FIRs ਹੁਣ ਤੱਕ ਹੋਈਆਂ ਨੇ, ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8 ਪਰਸਨ ਨੂੰ ਅਰੈਸਟ ਕਰ ਚੁੱਕੇ ਹਾਂ। ਇਹਦੇ ਨਾਲ ਬਹੁਤ ਸਾਰੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਨੋਮੀਨੇਟ ਕੀਤਾ, ਉਹਨਾਂ ਦੀ ਭਾਲ ਜਾਰੀ ਹੈ। ਤੇ ਜੋ ਅਕਿਊਜ਼ਡ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਚੇਤਾਵਨੀ ਦੇਣਾ ਚਾਹੁੰਦੀ ਹਾਂ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ 1 ਲੱਖ ਰੁਪਏ ਲੈ ਕੇ ਆਪਣਾ ਮੂੰਹ ਸ਼ਟ ਕਰ ਲਓ ਕੁਝ ਟਾਈਮ ਤੱਕ, ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟਸ ਵਗੈरह ਕਰ ਦੇंगे। ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਇਹਨਾਂ ਦੇ ਕੋਲ ਨਾ ਕੁਝ ਇਹਨਾਂ ਦੀ ਕੋਈ ਕੰਪਨੀ ਚੱਲਦੀ ਹੈ, ਨਾ ਇਹਨਾਂ ਦੇ ਕੋਈ ਫਾਰਮਸ ਹੈ, ਨਾ ਇਹਨਾਂ ਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ, ਨਾ ਹੀ ਇਹਨਾਂ ਦਾ ਕੋਈ ਬਿਜ਼ਨਸ ਚੱਲਦਾ ਹੈਗਾ। ਬਟ ਇਹ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾ ਰਹੇ ਸੀਗੇ। ਤੁਹਾਡੇ ਪੈਸੇ ਮੋੜਨ ਦਾ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ। ਤਾਂ ਤੁਸੀਂ ਸਾਡੇ ਕੋਲ ਆਓ ਤਾਂ ਕਿ ਅਸੀਂ ਤੁਹਾਡਾ ਪੈਸਾ ਇਹਨਾਂ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੀਏ।